ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸਾਰੇ ਸੰਗਤ ਰੂਪ ਦੇ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਸੀ ਗੌੜੀ ਸੁਖਮਨੀ ਮਹੱਲੇ 5ਵੇਂ ਦੀ ਬਾਣੀ। 16ਵਾਂ ਸ਼ਲੋਕ ਆਪਾਂ ਵਿਚਾਰਿਆ ਸੀ ਤੇ 16ਵੀਂ ਅਸ਼ਟਪਦੀ ਆਪਾਂ ਆਰੰਭ ਕੀਤੀ ਸੀ। 2 ਪਦੇ ਵਿਚਾਰ ਕੀਤੇ ਸਨ 16ਵੀਂ ਅਸ਼ਟਪਦੀ ਦੇ। ਆਪਾਂ ਵਿਚਾਰ ਰਹੇ ਸੀ ਕਿ ਅਕਾਲ ਪੁਰਖ ਵਾਹਿਗੁਰੂ ਜਿਸ ਨੂੰ ਧਿਆ ਕੇ ਭਗਤ ਸੁਖ ਪਾਉਂਦੇ ਨੇ, ਉਸ ਦਾ ਮੰਤਰ ਕੋਈ ਹੋਰ ਨਹੀਂ ਜਾਣਦਾ, ਜੋ ਕਿ ਸਾਡੇ ਨੇਤਰਾਂ ਦੇ ਵਿੱਚ ਗਿਆਨ ਦਾ ਸੁਰਮਾ ਪਾ ਦਿੰਦਾ, ਜੋ ਸਾਨੂੰ ਖਾਲੀਆਂ ਨੂੰ ਭਰ ਦਿੰਦਾ ਹੈ। ਹਰਨ ਭਰਨ ਜਾ ਕਾ ਨੇਤਰ ਫੋਰ, ਮਨਸਾ ਪੂਰਨ ਸਰਨਾ ਜੋਗ, ਜੋ ਕਰ ਪਾਇਆ ਸੋਈ ਹੋ। ਮਨਸਾ ਪੂਰੀ ਕਰਦਾ ਹੈ ਜਿਹੜੇ ਉਸ ਪ੍ਰਭੂ ਦੀ ਸ਼ਰਨ ਦੇ ਵਿੱਚ ਜਾਂਦੇ ਨੇ। ਸ਼ਰਨ ਦੇ ਵਿੱਚ ਉਹ ਜੀਵ ਜਾਂਦੇ ਨੇ ਜਿਹੜੇ ਸ਼ਰਨ ਦੇ ਯੋਗ ਨੇ। ਜੋ ਉਹ ਕਰਦਾ ਹੈ ਪ੍ਰਭੂ ਉਹੀ ਹੁੰਦਾ ਹੈ। ਹਰਨ ਭਰਨ ਜਾ ਕਾ ਨੇਤਰ ਫੋਰ, ਜਿਸ ਕਾ ਮੰਤਰ ਨਾ ਜਾਣਾ ਹੋਰ। ਉਸ ਦਾ ਮੰਤਰ ਕੋਈ ਹੋਰ ਨਹੀਂ ਜਾਣਦਾ। ਆਨੰਦ ਰੂਪ ਮੰਗਲ ਸਦ ਜਾਕ ਹੈ। ਉਸਦੇ ਘਰ ਵਿੱਚ ਸਦਾ ਆਨੰਦ ਹੈ। ਉਸਦੇ ਮੰਗਲ ਗਾਉਂਦੇ ਨੇ ਜੀਵ, ਜਿਨ੍ਹਾਂ ਤੇ ਆਪ ਦਇਆ ਕਰਦਾ ਹੈ, ਜਿਨ੍ਹਾਂ ਦੁਆਰਾ ਸਾਨੂੰ ਗਿਆਨ ਦਿੰਦਾ ਹੈ। ਕਿਉਂਕਿ ਆਪ ਜੂਨਾਂ ਦੇ ਵਿੱਚ ਨਹੀਂ ਹੈ, ਆਪ ਜਨਮ ਮਰਨ ਦੇ ਵਿੱਚ ਨਹੀਂ ਹੈ, ਲੇਕਿਨ ਆਪਣੇ ਜਨਾਂ ਦੁਆਰਾ ਆਪਣਾ ਗਿਆਨ ਕਰਵਾਉਂਦਾ ਹੈ। ਸਰਬ ਥੋਕ ਸੁਣੀਆਂ ਕਰਤਾ ਕੇ, ਸਭ ਕੁਛ ਉਸ ਮਾਲਕ ਦੇ ਘਰ ਹੈ, ਪਰ ਮਿਲਦਾ ਕਿਵੇਂ ਹੈ? ਉਹਦੇ ਜਨਾਂ ਦੁਆਰਾ। ਰਾਜ ਮੈਂ ਰਾਜ, ਰਾਜਿਆਂ ਚੋਂ ਸਭ ਤੋਂ ਵੱਡਾ ਰਾਜਾ ਹੈ। ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ। ਗਰੀਬਾਂ ਨੂੰ ਨਿਵਾਜਣ ਵਾਲਾ ਹੈ। ਇਸ ਕਰਕੇ ਰਾਜਿਆਂ ਦੇ ਵਿੱਚ ਰਾਜਾ ਹੈ, ਜੋਗ ਮੈਂ ਜੋਗੀ। ਜੋਗ ਦੇ ਵਿੱਚ ਜੋਗੀ ਸਾਰਿਆਂ ਤੋਂ ਸ੍ਰੇਸ਼ਟ ਹੈ, ਕਿਉਂਕਿ ਸਾਰਿਆਂ ਨੂੰ ਗੁਰ ਦਾ ਗਿਆਨ ਦੇ ਕੇ ਉਸ ਮੰਤਰ ਦੇ ਨਾਲ ਸਾਰਿਆਂ ਨੂੰ ਇੱਕ ਦ੍ਰਿਸ਼ਟ ਕਰ ਦਿੰਦਾ ਹੈ, ਜੋ ਉਹੀ ਕਰ ਸਕਦਾ ਹੈ, ਦੂਜਾ ਨਹੀਂ ਕਰ ਸਕਦਾ। ਜੋਗੀ ਮਹਾਰਾਜ ਸਮਝਾਉਂਦੇ ਨੇ, ਬਾਬਾ ਗੱਲੀ ਜੋਗ ਨਾ ਹੋਈ, ਏਕ ਦ੍ਰਿਸ਼ਟ ਕਰ ਸਮ ਕਰ ਜਾਣੇ, ਜੋਗੀ ਕਹੀਐ ਸੋਈ। ਉਹ ਜੋਗੀ ਹੈ, ਇੱਕ ਦ੍ਰਿਸ਼ਟ ਕਰਕੇ ਸਮਸਰ ਕਰਨਾ ਜਾਣਦਾ ਹੈ, ਤੇ ਉਹ ਪਰਮੇਸ਼ਰ ਸਾਰੇ ਜੋਗੀਆਂ ਚੋਂ ਜੋਗੀ ਹੈ। ਤਪ ਮੈਂ ਤਪੀਸਰ, ਤਪ ਦੇ ਵਿੱਚ ਸਭ ਤੋਂ ਵੱਡਾ ਤਪੀਸਰ ਹੈ, ਕਿਉਂਕਿ ਸਾਰਿਆਂ ਦੇ ਵਿੱਚ ਬੈਠਾ ਆਪਣੀ ਸਿਫਤ ਸਲਾਹ ਵੀ ਕਰਦਾ ਹੈ। ਗ੍ਰਸਤ ਮੈਂ ਭੋਗੀ, ਸਾਰਿਆਂ ਦੇ ਨਾਲ ਗ੍ਰਸਤ ਵੀ ਕਰਦਾ ਹੈ, ਸਾਰਿਆਂ ਦੇ ਨਾਲ ਸੰਭੋਗ ਵੀ ਕਰ ਸਕਦਾ ਹੈ, ਕਿਉਂਕਿ ਸਮਰੱਥ ਹੈ। ਧਿਆਏ ਧਿਆਏ ਭਗਤੈ ਸੁਖ ਪਾਇਆ, ਜਿਸ ਨੂੰ ਧਿਆ ਕੇ ਭਗਤ ਸੁਖ ਪ੍ਰਾਪਤ ਕਰਦੇ ਨੇ। ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨਾ ਪਾਇਆ, ਪਰ ਉਸ ਪੁਰਖ ਦਾ, ਪ੍ਰਭੂ ਦਾ, ਪਰਮੇਸ਼ਰ ਦਾ ਕਿਸੇ ਨੇ ਅੰਤ ਨਹੀਂ ਪਾਇਆ, ਕਿਉਂਕਿ ਉਸ ਦਾ ਅੰਤ ਕੋਈ ਵੀ ਨਹੀਂ ਪਾ ਸਕਦਾ। ਬੇਸ਼ੱਕ ਬਹੁਤ ਸਾਰਾ ਸੰਸਾਰ ਉਸ ਦੇ ਅੰਤ ਪਾਉਣ ਨੂੰ ਅੱਜ ਤੋਂ ਨਹੀਂ ਲੱਗਿਆ ਹੋਇਆ ਹੈ, ਯੁਗਾਂ ਤੋਂ, ਪਰ ਅੰਤ ਪਾ ਨਹੀਂ ਸਕਦਾ, ਕਿਉਂਕਿ ਇਹਦਾ ਅੰਤ ਕੋਈ ਵੀ ਨਹੀਂ ਜਾਣਦਾ। ਜਿਸ ਦਾ ਅੰਤ ਹੈ ਹੀ ਨਹੀਂ, ਕੌਣ ਉਸ ਦਾ ਅੰਤ ਪਾ ਸਕਦਾ ਹੈ? ਇਹ ਤੱਕ ਆਪਾਂ ਕੱਲ ਵਿਚਾਰ ਕੀਤੀ ਸੀ। ਆਓ ਅੱਗੇ ਆਪਾਂ ਸ਼ੁਰੂ ਕਰਦੇ ਹਾਂ।
जाकी लीला की मित नाही। जिहदी लीला रची है प्रभु ने, उस दी मित उसनूं कोई भी नहीं जानदा, उसदे बारे किसी नूं ज्ञान नहीं है। सगल देव हारे अवगाहे, सारे देवते भी हार गए उसनूं जानण दे लई, उसनूं पाउण दे लई, उसदी मित नूं जानण वास्ते हार के चले गए, पर उसनूं नहीं जान सके। पिता का जन्म के जाने पूत, पुत्र अपने पिता के जन्म बारे की जान सकता है। कोई बच्चा अपने पिता के जन्म बारे नहीं जानता, पिता बच्चे के जन्म बारे जानता है। जेकर पिता चाहे अपने बच्चे नूं अपने बारे दस सकता है। इदां ही महाराज समझाउंदे ने, पिता का जन्म के जाने पूत, सगल परोई अपने सूत। उसने सारिਆਂ ਨੂੰ अपने सूत च परोया है, धागे विच परोया है। सुमत ज्ञान ध्यान जिन दे, पर जिन्हां नूं आप सुमत दिंदा है, ज्ञान ते ध्यान दा मार्ग दसदा है, ध्यान दी सोझी दिंदा है, जिन्हां नूं इस सुमत दिंदा है, जनदास नाम त्यावै से। ਉਹ प्रभु दे जन ਉਹਦੇ दास ਉਸ ਨੂੰ ਧਿਆ ਸਕਦੇ ਨੇ, जिन्हां नूं अपनी सोझी दिंदा है, जिन्हां नूं सुमत दिंदा है, जिन्हां नूं ज्ञान ते ध्यान समझा दिंदा है, उस नूं ਧਿਆਉਂਦੇ ने। जद तक ਉਹ ਸਾਨੂੰ ਜਨਾਉਂਦਾ नहीं, ਅਸੀਂ ਉਸ ਨੂੰ नहीं जान सकते। जिस नूं जना दिंदा ਉਹ ਜਾਣਦਾ है, ਉਸ ਦੇ ਗੁਣਾਂ ਦਾ ਬਖਿਆਨ भी करदा है। जिस नूं आपां पढ़दे हां ਰਹਿ ਰਾਸ ਦੀ ਬਾਣੀ, सोई जन जाणै, हर गुण सद ही आख बखाणै, जिन हर सेव्या तिन सुख पाया, सहजे ही हर नाम समाया। तू आपे करता, तेरा किया सब होए, तुद बिन दूजा अवर न कोय, तू कर कर वेखै जाणै सोए, जन नानक गुरमुख प्रगट होए। आप जनाउंदा, आप ज्ञान देंदा, आप प्रगट हो जाता है अपने जनां द्वारा, गुरमुखां द्वारा। फिर आप प्रगट हो जाता जदों, फिर उसनूं ध्याउंदे ने, उसकी सिफत सलाह करते ने, उसके गुणां दा बख्यान करते ने। तेहो गुण मैं जा को परमाए, ਜਿਹੜੇ ਜੀਵ ਤ੍ਰੈ ਗੁਣਾਂ ਤੱਕ ਭਰਮਾਉਂਦੇ ਰਹਿੰਦੇ ਨੇ, ਭਰਮ 'ਚ ਪਏ ਰਹਿੰਦੇ ਨੇ, ਚੌਥੇ ਪਦ ਦਾ, ਪ੍ਰਭੂ ਦਾ, ਹਰੀ ਦਾ, जो इस सारी सृष्टि नूं रचनहार है, उसका ज्ञान नहीं लेंदे, वो मुक्त नहीं हो सकते। जन्म मरै फिर आवे जाए, वो जमते मरदे ने, फिर आवन जावन दे विच रहिंदे ने, क्योंकि मुक्त नहीं हो सकते जेड़े त्रै गुणा तक सीमित ने। ऊच नीच तिसके अस्थान, ऊच ते नीच ये दो स्थान उसे दे ने। जिथे आप प्रभु वसदा है, उत्थे आप अपने जनां नूं ऊचे थां ते लै जांदा है, आप उन्हां नूं ऊचे कर दिंदा है, ते जिन्हां नूं अपने तो विछोड़दा है, उन्हां नूं नीच कर दिंदा है। इस करके प्रभु आप भी हर थां ते वसदा है। जदों मन नीवां हुंदा है, फिर नीवें मन नूं ऊंचा भी आप करदा है। उसे दे स्थान ने, जिसे जनावै सो जन, जैसा जनावै तैसा नानक जन। जिहो जिहा किसी नूं जनाउंदा है, उहो जिहा उस नूं जानदा है। किसी नूं अपने नाल जोड़ लैंदा है, किसी नूं उत्तम कर दिंदा है, किसी नूं नीच कर दिंदा है। ये नाम द्वारा ही खेल चलदा। हुक्म उत्तम नीच, हुक्म लिख दुख सुख पाई है, एक ना हुक्मी बख्शीस, एक हुक्मी सदा पवाई है। एक ना हुक्म की बख्शिश कर दिंदा, नाम की बख्शिश कर दिंदा, एक सदा ही नाम दे वास्ते पवाउंदे ने, लेकिन नाम प्राप्त नहीं हुंदा। नाना रूप नाना जाके रंग, प्रभु का जिहड़ा रूप है सूक्ष्म है, प्रकाश है, उसका रंग भी प्रकाश है।
ਸੂਖਸ਼ਮ ਹੈ। ਨਾਨਾ ਭੇਖ ਕਰੈ ਇੱਕ ਰੰਗ, ਉਸਦਾ ਸੂਖਮ ਭੇਖ ਹੈ, ਇੱਕ ਹੀ ਰੰਗ ਹੈ, ਪਰ ਪ੍ਰਕਾਸ਼ ਰੂਪ ਹੈ, ਹੀਰੇ ਦੀ ਨਿਆਈ ਹੈ। ਨਾਨਾ ਵਿਧ ਕੀਨੋ ਵਿਸਥਾਰ, ਆਪ ਪ੍ਰਕਾਸ਼ ਰੂਪ ਹੈ। ਉਸਨੇ ਆਪਣੇ ਤੋਂ ਇਹ ਸਾਰਾ ਵਿਸਥਾਰ ਕੀਤਾ ਹੈ। ਜਦੋਂ ਗਿਆਨ ਕਰਵਾਉਂਦਾ ਹੈ ਜੀਵਾਂ ਨੂੰ, ਆਪਣੇ ਰੂਪ ਦਾ ਪਹਿਲਾਂ ਗਿਆਨ ਕਰਵਾਉਂਦਾ ਹੈ ਇੱਕ ਜੀਵ ਨੂੰ, ਫਿਰ ਉਸ ਦੁਆਰਾ ਅੱਗੇ ਗਿਆਨ ਦਿੰਦਾ ਹੈ। ਆਪਣਾ ਵਿਸਥਾਰ ਆਪ ਕਰਵਾ ਦਿੰਦਾ, ਆਪ ਬਹੁਤ ਸਾਰੇ ਜੀਵਾਂ ਨੂੰ ਜਨਾ ਦਿੰਦਾ ਹੈ ਪ੍ਰਕਾਸ਼ ਰੂਪ, ਤੇ ਜਦੋਂ ਚਾਹੇ ਭੁਲਾ ਵੀ ਦਿੰਦਾ ਹੈ। ਪ੍ਰਭ ਅਬਿਨਾਸੀ ਇੱਕ ਓਂਕਾਰ, ਪ੍ਰਭੂ ਹੈ, ਅਬਿਨਾਸੀ ਹੈ, ਇੱਕ ਹੀ ਹੈ, ਓਂਕਾਰ ਹੈ। ਆਪ ਜਿਸ ਨੂੰ ਖੁਸ਼ ਹੁੰਦਾ ਉਸ ਨੂੰ ਜੁਨਾ ਦਿੰਦਾ ਹੈ। ਨਾਨਾ ਚਲਿਤ ਕਰੇ ਖਿਨ ਮਾਹੇ, ਉਸਦੇ ਆਪਣੇ ਚਲਿਤ ਨੇ ਪ੍ਰਕਾਸ਼ ਦੇ। ਖਿਨ ਦੇ ਵਿੱਚ ਕੁਛ ਵੀ ਕਰ ਸਕਦਾ ਹੈ, ਥਾਪ ਵੀ ਸਕਦਾ, ਉਹ ਥਾਪ ਵੀ ਸਕਦਾ, ਢਾਹ ਵੀ ਸਕਦਾ, ਉਹ ਸਰ ਵੀ ਸਕਦਾ ਹੈ। ਖਿਨ ਮੈਂ ਥਾਪ ਉਹ ਥਾਪਨ ਹਾਰਾ, ਅੰਤ ਨਹੀਂ ਕਿਛ ਪਾਰਾਵਾਰਾ। ਪੂਰ ਰਹਿਓ ਪੂਰਨ ਸਭ ਠਾਏ, ਆਪ ਹਰ ਥਾਂ ਤੇ ਸਭ ਥਾਂ ਤੇ ਪੂਰ ਰਿਹਾ ਹੈ। ਪਰ ਜਿਨ੍ਹਾਂ ਨੂੰ ਆਪਣਾ ਸੂਖਸ਼ਮ ਰੂਪ ਦਿਖਾ ਦਿੰਦਾ ਹੈ, ਉਸ ਦੇ ਦਰਸ਼ਨ ਕਰਦੇ ਨੇ, ਤੇ ਜਿਨ੍ਹਾਂ ਨੂੰ ਨਹੀਂ ਦਿਖਾਉਂਦਾ ਉਸ ਦੇ ਦਰਸ਼ਨ ਨਹੀਂ ਕਰ ਸਕਦੇ। ਪਰ ਹੈ ਹਰ ਥਾਂ ਤੇ। ਨਾਨਾ ਬਿਧ ਕਰ ਬਣਤ ਬਣਾਈ, ਆਪ ਇੱਕ ਬਿਧ ਹੈ, ਗੁਰ ਹੈ, ਜੁਗਤੀ ਹੈ, ਜੋ ਪ੍ਰਭੂ ਨੇ ਆਪ ਹੀ ਇਹ ਬਣਤ ਬਣਾਈ ਹੈ ਆਪਣੇ ਪ੍ਰਕਾਸ਼ ਰੂਪ ਨੂੰ ਜਨਾਉਣ ਦੀ। ਆਪਣੀ ਕੀਮਤ ਆਪੇ ਪਾਈ, ਆਪਣੀ ਕੀਮਤ ਆਪ ਪਾਉਂਦਾ ਹੈ, ਕਿਉਂਕਿ ਉਸਦੀ ਕੋਈ ਕੀਮਤ ਨਹੀਂ ਹੈ। ਪਰ ਜਿਨ੍ਹਾਂ ਤੇ ਖੁਸ਼ ਹੁੰਦਾ ਹੈ ਉਹਨਾਂ ਨੂੰ ਆਪਾ ਜਨਾ ਦਿੰਦਾ ਹੈ, ਉਹਨਾਂ ਨੂੰ ਆਪਣਾ ਬਣਾ ਲੈਂਦਾ ਹੈ, ਆਪਣੇ 'ਚ ਸਮਾ ਲੈਂਦਾ ਹੈ। ਉਸਦਾ ਆਪਣਾ ਹੀ ਇੱਕ ਖੇਡ ਹੈ, ਉਹੀ ਕਾਰਨ ਹੈ। ਸਭ ਘਟ ਤਿਸਕੇ, ਸਭ ਤਿਸਕੇ ਠਾਓ, ਸਾਰੇ ਸਰੀਰ ਉਸਦੇ ਨੇ, ਸਾਰੇ ਥਾਂ ਉਸਦੇ ਨੇ, ਸਾਰਿਆਂ ਦੇ ਹਿਰਦੇ ਦੇ ਵਿੱਚ ਆਪ ਬਸਦਾ ਹੈ, ਪਰ ਗੁਪਤ ਹੈ। ਜਿਨ੍ਹਾਂ ਨੂੰ ਖੁਸ਼ ਹੁੰਦਾ ਹੈ ਉਹਨਾਂ ਦੇ ਹਿਰਦੇ 'ਚ ਪ੍ਰਗਟ ਹੋ ਜਾਂਦਾ ਹੈ। ਮਹਾਰਾਜ ਸਮਝਾਉਂਦੇ ਨੇ, ਹੁਣ ਕਲਯੁਗ ਦੇ ਵਿੱਚ ਆਪ ਵੀ ਪਰਮੇਸ਼ਰ ਤੇ ਉਸਦਾ ਨਾਮ ਵੀ ਗੁਪਤ ਵਰਤ ਰਿਹਾ ਹੈ, ਪ੍ਰਗਟ ਨਹੀਂ ਹੈ। ਪ੍ਰਗਟ ਕਿਹਨਾਂ ਦੇ ਹੁੰਦਾ? ਜਿਹੜੇ ਗੁਰ ਦੀ ਸ਼ਰਨ ਦੇ ਵਿੱਚ ਜਾਂਦੇ ਨੇ, ਉਹਨਾਂ ਦੇ ਹਿਰਦੇ 'ਚ ਪ੍ਰਗਟ ਹੋ ਜਾਂਦਾ ਹੈ। ਮਹਾਰਾਜ ਸਮਝਾਉਂਦੇ ਨੇ, ਗੁਪਤਾ ਨਾਮ ਵਰਤੇ ਵਿੱਚ ਕਲਯੁਗ, ਘਟ ਘਟ ਹਰ ਭਰਪੂਰ ਰਹਿਆ, ਨਾਮ ਰਤਨ ਤਿਨ ਕਾ ਹਿਰਦੈ ਪ੍ਰਗਟਿਆ, ਜੋ ਗੁਰ ਸਰਨਾਈ ਭਜ ਪਿਆ। ਜੋ ਗੁਰ ਦੀ ਸ਼ਰਨ ਵਿੱਚ ਚਲੇ ਜਾਂਦਾ ਹੈ ਉਸਦੇ ਹਿਰਦੇ 'ਚ ਨਾਮ ਰਤਨ ਪ੍ਰਗਟ ਹੋ ਜਾਂਦਾ ਹੈ। ਨਹੀਂ ਗੁਪਤਾ ਵਰਤ ਰਿਹਾ ਸਾਰੇ 'ਚ, ਐਸਾ ਕੋਈ ਵੀ ਨਹੀਂ ਜਿਹੜਾ ਉਸ ਤੋਂ ਖਾਲੀ ਹੈ, ਤੇ ਸਾਰਿਆਂ 'ਚ ਵਸਦਾ ਹੈ। ਸਭ ਘਟ ਤਿਸਕੇ, ਸਾਰੇ ਸਰੀਰ ਉਸਦੇ ਨੇ, ਸਭ ਤਿਸਕੇ ਠਾਓ, ਜਪ ਜਪ ਜੀਵੈ ਨਾਨਕ ਹਰ ਨਾਉ। ਜਿਨ੍ਹਾਂ ਨੂੰ ਜਨਾ ਦਿੰਦਾ ਹੈ, ਜਿਨ੍ਹਾਂ ਨੂੰ ਪ੍ਰਗਟ ਹੋ ਜਾਂਦਾ ਹੈ, ਜਿਨ੍ਹਾਂ ਨੂੰ ਘਟ ਘਟ ਦੇ ਵਿੱਚ ਦਿਖਾ ਦਿੰਦਾ ਹੈ, ਆਪਾ ਜਨਾ ਦਿੰਦਾ ਹੈ, ਉਹਨਾਂ ਦਾ ਜੀਵਨ ਹੀ ਕੀ ਹੈ? ਫਿਰ ਉਸ ਪ੍ਰਭੂ ਦੀ ਸਿਫਤ ਸਲਾਹ ਕਰਕੇ ਹੀ ਉਹ ਜੀਵਦੇ ਨੇ, ਉਸ ਪ੍ਰਭੂ ਦੇ ਨਾਮ ਦੇ ਬਾਰੇ ਆਖਦੇ ਨੇ। ਆਖਾਂ ਜੀਵਾਂ ਬਿਸਰੈ ਮਰ ਜਾਣ, ਆਖਣ ਦੇ ਨਾਲ ਜੀਵਨ ਹੈ, ਵਿਸਰਦਾ ਮਰਦਾ ਹੈ, ਪਰ ਆਖਣਾ ਬਹੁਤ ਔਖਾ ਹੈ। ਆਖਣ ਔਖਾ ਸਾਚਾ ਨਾਮ। ਜਦ ਤੱਕ ਆਪ ਸਾਤੋਂ ਅਖਵਾਉਂਦਾ ਨਹੀਂ, ਜਦ ਤੱਕ ਆਪ ਸਾਨੂੰ ਇਹ ਖਜ਼ਾਨਾ ਦਿੰਦਾ ਨਹੀਂ, ਉਦੋਂ ਤੱਕ ਅਸੀਂ ਆਖ ਨਹੀਂ ਸਕਦੇ। ਜਦੋਂ ਫਿਰ ਦਿੰਦਾ ਹੈ, ਫਿਰ ਜੀਵਨ ਕੀ ਬਣ ਜਾਂਦਾ ਹੈ? ਆਖਣਾ, ਉਸ ਦੇ ਬਾਰੇ ਦੱਸਣਾ, ਉਸ ਦਾ ਗਿਆਨ ਦੇਣਾ, ਉਸ ਦੀ ਸਿਫਤ ਸਲਾਹ ਕਰਨੀ। ਨਾਮ ਕੇ ਧਾਰੇ ਸਗਲੇ ਜੰਤ, ਸਾਰਾ ਕੁਛ ਨਾਮ ਤੋਂ ਪੈਦਾ ਹੋਇਆ। ਜਿੰਨੇ ਵੀ ਜੰਤ ਨੇ ਸਾਰਿਆਂ 'ਚ ਉਸ ਪ੍ਰਭੂ ਦੀ ਜੋਤ ਹੈ।
ਸਾਰਿਆਂ ਦੇ ਹਿਰਦੇ 'ਚ ਨਾਮ ਹੈ, ਉਸੇ ਤੋਂ ਪ੍ਰਗਟ ਹੋਏ ਨੇ। ਨਾਮ ਕੇ ਤਾਰੇ ਖੰਡ ਬ੍ਰਹਿਮੰਡ, ਜਿੰਨੇ ਖੰਡ ਬ੍ਰਹਿਮੰਡ ਵੀ ਨੇ ਇਹ ਵੀ ਸਾਰੇ ਨਾਮ ਤੋਂ ਪੈਦਾ ਹੋਏ ਨੇ, ਨਾਮ ਦੇ ਕੀਤੇ ਹੋਏ ਨੇ। ਕਿਉਂਕਿ ਪਰਮੇਸ਼ਰ ਨੇ ਆਪਣੇ ਤੋਂ ਨਾਮ ਪ੍ਰਗਟ ਕੀਤਾ ਤੇ ਨਾਮ ਦੁਆਰਾ ਦੂਜੀ ਕੁਦਰਤ ਨੂੰ ਸਾਜਿਆ ਹੈ, ਜਿਸ ਦੇ ਵਿੱਚ ਖੰਡ ਬ੍ਰਹਿਮੰਡ ਜੋ ਵੀ ਹੈ ਸਾਰੀ ਕੁਦਰਤ ਹੈ। ਕੁਦਰਤ ਦਿਸੈ ਕੁਦਰਤ ਸੁਣੀਐ, ਕੁਦਰਤ ਪਉ ਸੁਖਸਾਰ, ਕੁਦਰਤ ਪਾਤਾਲੀ ਆਕਾਸੀ, ਕੁਦਰਤ ਸਰਬ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰਬ ਪਿਆਰ। ਸਾਰਾ ਕੁਛ ਕੁਦਰਤ ਹੈ। ਇਹ ਕਿੱਥੋਂ ਪੈਦਾ ਹੋਈ? ਨਾਮ ਤੋਂ। ਨਾਮ ਕੇ ਤਾਰੇ ਖੰਡ ਬ੍ਰਹਿਮੰਡ, ਨਾਮ ਕੇ ਤਾਰੇ ਸਿਮਰਤ ਵੇਦ ਪੁਰਾਨ। ਜਿਹੜੇ ਸਿਮਰਤ ਨੇ ਵੇਦ ਪੁਰਾਨ ਨੇ ਇਹ ਵੀ ਨਾਮ ਦੁਆਰਾ ਹੀ ਸੰਸਾਰ 'ਚ ਆਏ ਨੇ। ਕਿਉਂਕਿ ਪਹਿਲਾਂ ਜੀਵਾਂ ਨੂੰ ਨਾਮ ਦੀ ਸੋਝੀ ਹੋਈ, ਉਹਨਾਂ ਨਾਮ ਨੂੰ ਧਿਆ ਕੇ ਉਸ ਪ੍ਰਭੂ ਨੂੰ ਮਿਲ ਕੇ ਆਪੇ ਦੀ ਪਹਿਚਾਣ ਕਰਕੇ ਫਿਰ ਉਹਨਾਂ ਨੇ ਇਹ ਸ਼ਾਸਤਰ ਜਿਹੜੇ ਸਿਮਰਤ ਨੇ ਵੇਦ ਨੇ ਇਹ ਲਿਖੇ ਨੇ। ਕਿਉਂਕਿ ਹਰੀ ਦੀ ਭਗਤੀ, ਹਰੀ ਦਾ ਸਿਮਰਨ ਕਰਕੇ ਹੀ ਵੇਦ ਪੈਦਾ ਹੁੰਦੇ ਨੇ। ਪਹਿਲਾਂ ਹਰੀ ਦੇ ਸਿਮਰਨ ਨਾਲ ਭਗਤ ਪ੍ਰਗਟ ਹੁੰਦੇ ਨੇ, ਫਿਰ ਹਰੀ ਦੇ ਸਿਮਰਨ ਦੇ ਨਾਲ ਹੀ ਵੇਦ ਲਿਖੇ ਜਾਂਦੇ ਨੇ, ਜਿਸ ਨੂੰ ਆਪਾਂ ਅੱਗੇ ਪੜ੍ਹਾਂਗੇ। ਹਰ ਸਿਮਰਨ ਕਰ, ਪਿੱਛੇ ਪੜ੍ਹ ਚੁੱਕੇ ਹਾਂ ਆਪਾਂ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲੱਗ ਵੇਦ ਉਹ ਪਾਏ। ਹਰ ਸਿਮਰਨ ਪਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚਾਉ ਕੁੰਟ ਜਾਤੇ। ਹਰੀ ਦੇ ਸਿਮਰਨ ਦੁਆਰਾ ਹੀ ਸਾਰਾ ਕੁਛ ਹੁੰਦਾ ਹੈ। ਇਸ ਕਰਕੇ ਸਮਝਾਉਂਦੇ ਨੇ ਨਾਮ ਕੇ ਤਾਰੇ ਸਿਮਰਤ ਵੇਦ ਪੁਰਾਨ, ਨਾਮ ਕੇ ਤਾਰੇ ਸੁਣਨ ਗਿਆਨ ਧਿਆਨ। ਤੇ ਗਿਆਨ ਧਿਆਨ ਵੀ ਸੁਣਦੇ ਨੇ ਜੀਵ। ਕਦੋਂ ਤੱਕ ਸੁਣਦੇ ਨੇ? ਜਦੋਂ ਨਾਮ ਉਹਨਾਂ ਦੇ ਅੰਦਰ ਜੋਤ ਹੈ, ਜਿਨ੍ਹਾਂ ਨੇ ਨਾਮ ਨੂੰ ਜਾਣ ਲਿਆ ਹੈ। ਤੇ ਅਸੀਂ ਵੀ ਉਦੋਂ ਤੱਕ ਸੁਣ ਸਕਦੇ ਜਦੋਂ ਸਾਡੇ ਸਰੀਰ 'ਚ ਜੋਤ ਹੈ। ਕਿਉਂਕਿ ਜਦੋਂ ਜੋਤ ਹੀ ਨਿਕਲ ਗਈ ਅਸੀਂ ਸੁਣ ਵੀ ਨਹੀਂ ਸਕਦੇ। ਇਸ ਕਰਕੇ ਨਾਮ ਦਾ ਹੀ ਪ੍ਰਤਾਪ ਹੈ ਸਾਰਾ। ਨਾਮ ਕੇ ਤਾਰੇ ਆਗਾਸ ਪਤਾਲ, ਆਕਾਸ਼ ਵੀ ਤੇ ਪਤਾਲ ਇਹ ਨਾਮ ਤੋਂ ਹੀ ਪੈਦਾ ਹੋਏ ਨੇ ਤੇ ਨਾਮ ਦੇ ਤਾਰੇ ਹੋਏ ਨੇ, ਨਾਮ ਦੇ ਸਹਾਰੇ ਖੜੇ ਨੇ ਸਾਰਾ ਕੁਛ ਹੀ। ਨਾਮ ਕੇ ਤਾਰੇ ਸਗਲ ਆਕਾਰ, ਸਾਰੇ ਆਕਾਰ 84 ਲੱਖ ਜੂਨ ਸੂਖਸ਼ਮ ਤੇ ਸਥੂਲ ਸਾਰੇ ਨਾਮ ਤੋਂ ਹੀ ਪੈਦਾ ਹੋਏ ਨੇ, ਨਾਮ ਦੇ ਹੀ ਕੀਤੇ ਹੋਏ ਨੇ। ਨਾਮ ਕੇ ਤਾਰੇ ਪੁਰੀਆ ਸਭ ਪਵਨ, ਸਾਰੇ ਪਵਨ ਤ੍ਰੈ ਪਵਨ ਵੀ ਨਾਮ ਦੇ ਨੇ। ਪੁਰੀਆਂ ਜਿਹੜੀਆਂ ਜੋ ਵੀ ਲੋਕ ਇਹ ਸਾਰਾ ਨਾਮ ਦੁਆਰਾ ਹੀ ਪੈਦਾ ਹੋਇਆ ਤੇ ਨਾਮ ਦੇ ਸਹਾਰੇ ਹੀ ਸਾਰਾ ਕੁਛ ਟਿਕਿਆ ਹੋਇਆ ਹੈ। ਨਾਮ ਕੇ ਥੰਗ ਉਦਰੇ ਸੁਣ ਸਰਵਣ, ਤੇ ਨਾਮ ਦੇ ਸੰਗ ਹੀ ਸਾਡਾ ਉਧਾਰ ਹੁੰਦਾ ਹੈ। ਪਰ ਅਸੀਂ ਜਦੋਂ ਇਸ ਸਰਵਣਾ ਦੁਆਰਾ ਗਿਆਨ ਲੈਂਦੇ ਹਾਂ, ਜੋ ਕਿ ਸੰਤ ਜਨ ਜਿਨ੍ਹਾਂ ਨੂੰ ਆਪ ਸੁਮਤ ਦਿੰਦਾ ਹੈ ਉਸ ਨੂੰ ਧਿਆਉਂਦੇ ਨੇ, ਉਹ ਫਿਰ ਦੂਜੇ ਜੀਵਾਂ ਨੂੰ ਦੱਸਦੇ ਨੇ, ਨਾਮ ਦਾ ਭੇਦ ਦਿੰਦੇ ਨੇ ਤੇ ਜਿਹੜੇ ਸੁਣਦੇ ਨੇ ਉਹਨਾਂ ਦਾ ਉਧਾਰ ਹੋ ਜਾਂਦਾ ਹੈ। ਗੁਰ ਦਾ ਗਿਆਨ ਲੈ ਕੇ ਜਿਹੜੇ ਮਨ ਵਿੱਚ ਵਸਾ ਲੈਂਦੇ ਨੇ, ਕਮਾ ਲੈਂਦੇ ਨੇ। ਕਰ ਕਿਰਪਾ ਜਿਸ ਆਪਣਾ ਨਾਮ ਲਾਏ, ਜਿਨ੍ਹਾਂ ਤੇ ਕਿਰਪਾ ਕਰਦਾ ਹੈ ਉਹਨਾਂ ਨੂੰ ਆਪਣੇ ਨਾਮ ਦੇ ਨਾਲ ਜੋੜ ਲੈਂਦਾ ਹੈ ਤੇ ਆਪਣੇ ਸਿਫਤ ਸਲਾਹ ਦਾ ਖਜ਼ਾਨਾ ਬਖਸ਼ਦਾ ਹੈ। ਨਾਮ ਦਾ ਖਜ਼ਾਨਾ ਬਖਸ਼ ਕੇ ਕਰਮ ਦੇ ਵਿੱਚ ਲਾਉਂਦਾ ਹੈ। ਕਿਉਂਕਿ ਜਿਸ ਨੂੰ ਆਪ ਕਰਮ ਵਿੱਚ ਲਾਉਂਦਾ ਹੈ ਉਹੀ ਉਸ ਦੇ ਨਾਮ ਨੂੰ ਆਖ ਸਕਦਾ ਹੈ, ਜਿਹਦੇ ਦੁਆਰਾ ਆਪਾਂ ਤਰ ਸਕਦੇ ਹਾਂ। ਇਹਨੂੰ ਮਹਾਰਾਜ ਸਮਝਾਉਂਦੇ ਨੇ, ਕਰਮ ਮਿਲੈ ਆਖਣ ਤੇਰਾ ਨਾਉ, ਜਿਤ ਲਗ ਤਰਨਾ ਹੋਰ ਨਾਹੀ ਥਾਉ। ਇਸ ਕਰਕੇ ਜਿਨ੍ਹਾਂ ਨੂੰ ਕਰਮ ਚਲਾਉਂਦਾ ਉਸ ਦੇ ਨਾਮ ਦੇ ਬਾਰੇ ਆਖਦੇ ਨੇ। ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ, ਪਹਿਲਾਂ ਉਸ ਨੂੰ ਚੌਥੇ ਪਦ ਦੇ ਵਿੱਚ ਉੱਚੇ ਥਾਂ ਤੇ ਵਸਾ ਦਿੰਦਾ ਹੈ, ਉਸ ਦੀ ਗਤ ਹੁੰਦੀ ਹੈ। ਚੌਥੇ ਪਦ ਦੇ ਵਿੱਚ ਪਰਮਗਤ ਪ੍ਰਾਪਤ ਹੋ ਜਾਂਦੀ ਹੈ। ਫਿਰ ਉਸ ਨੂੰ ਇਹ ਖਜ਼ਾਨਾ ਦਿੰਦਾ ਹੈ ਜਿਹੜਾ ਫਿਰ ਉਸ ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ, ਜਿਸ ਨੂੰ ਆਪ ਇਸ ਕਰਮ ਦੇ ਵਿੱਚ
ਲਾਉਂਦਾ ਹੈ। ਰੂਪ ਸਤ ਜਾ ਕਾ ਸਤ ਅਸਥਾਨ। ਫਿਰ ਉੱਥੇ ਰੂਪ ਕਿਹੜਾ? ਸਤ। ਸਤ ਰੂਪ ਕਿਹੜਾ ਹੈ? ਪ੍ਰਕਾਸ਼। ਸੱਚਾ ਰੂਪ ਸਾਡਾ ਸਾਰਿਆਂ ਦਾ ਪ੍ਰਕਾਸ਼ ਹੈ। ਤੇ ਜਿੱਥੇ ਸੱਚਾ ਪ੍ਰਕਾਸ਼ ਹੈ, ਰੂਪ ਹੈ ਸਾਡਾ, ਉੱਥੇ ਅਸਥਾਨ ਵੀ ਉਹ ਸੱਚਾ ਹੈ। ਕਿਉਂਕਿ ਜਿਹੜਾ ਮਾਇਆ ਦਾ ਰੂਪ ਹੈ, ਇਹ ਝੂਠਾ ਹੈ, ਇਹ ਨਾਸਵਾਨ ਹੈ। ਪ੍ਰਕਾਸ਼ ਹੈ ਜਿਹੜਾ, ਉਹ ਸੱਚਾ ਹੈ। ਇਸ ਕਰਕੇ ਉਹ ਸਥਾਨ ਵੀ ਸੱਚਾ ਹੈ। ਸਤਿਪੁਰਖ ਕੇਵਲ ਪ੍ਰਧਾਨ। ਉਹ ਸੱਚਾ ਪੁਰਖ ਉਸ ਘਰ ਦੇ ਵਿੱਚ ਪ੍ਰਧਾਨ ਹੈ। ਪ੍ਰਧਾਨ ਕੌਣ ਹੁੰਦਾ ਹੈ? ਪ੍ਰਭੂ ਦੇ ਸਿਮਰਨ ਦਾ ਕਰਨ ਵਾਲਾ ਜੀਵ। ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ। ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ। ਤੇ ਉਸ ਨੂੰ ਫਿਰ ਆਪ ਪ੍ਰਭੂ ਆਪਣੇ ਘਰ ਦੇ ਵਿੱਚ ਇਹ ਪ੍ਰਧਾਨਗੀ ਦਿੰਦਾ ਹੈ, ਉਸ ਨੂੰ ਖਜ਼ਾਨਾ ਦਿੰਦਾ ਹੈ। ਕਰਤੂਤ ਸਤ, ਸਤ ਜਾ ਕੀ ਬਾਣੀ। ਇਸ ਕਰਕੇ ਜਿਨ੍ਹਾਂ ਜਨਾਂ ਤੇ ਖੁਸ਼ ਹੁੰਦਾ ਹੈ, ਉਹਨਾਂ ਜਨਾਂ ਦੁਆਰਾ ਫਿਰ ਆਪ ਪ੍ਰਭੂ ਆਪਣੀ ਬਾਣੀ ਸੁਣਾਉਂਦਾ ਹੈ, ਆਪਣਾ ਕਰਮ ਸੱਚਾ ਕਰਮ ਦੇ ਵਿੱਚ ਲਾਉਂਦਾ ਹੈ। ਫਿਰ ਸੱਚੀ ਬਾਣੀ ਦਾ ਗਿਆਨ ਦਿੰਦਾ ਹੈ, ਸੱਚੇ ਸ਼ਬਦ ਦਾ ਗਿਆਨ ਦਿੰਦਾ ਹੈ। ਇਹ ਉਸ ਦੀ ਬਾਣੀ ਹੀ ਸੱਚੀ, ਕਿਉਂਕਿ ਉਹ ਆਪ ਖੁਦ ਆਪਣੇ ਜਨਾਂ ਦੀ ਰਸਨਾ ਤੋਂ ਬੋਲਦਾ ਹੈ। ਸਤਿਪੁਰਖ ਸਭ ਮਾਹੇ ਸਮਾਣੀ। ਤੇ ਉਹ ਸਤਿਪੁਰਖ ਸਾਰਿਆਂ 'ਚ ਸਮਾਇਆ ਹੈ ਸਾਰਿਆਂ 'ਚ, ਲੇਕਿਨ ਗਿਆਨ ਨਹੀਂ। ਫਿਰ ਆਪ ਆਪਣਾ ਗਿਆਨ ਕਰਵਾਉਂਦਾ ਹੈ। ਸਤ ਕਰਮ ਜਾ ਕੀ ਰਚਨਾ ਸਤ। ਉਹਦਾ ਕਰਮ ਵੀ ਸੱਚਾ, ਉਹਦੀ ਰਚਨਾ ਵੀ ਸੱਚੀ ਹੈ। ਮੂਲ ਸਤ, ਸਤ ਉਤਪਤ। ਜਿਹੜਾ ਮੂਲ ਹੈ ਉਹ ਸੱਚ ਹੈ, ਪ੍ਰਕਾਸ਼ ਹੈ, ਤੇ ਪ੍ਰਕਾਸ਼ ਤੋਂ ਹੀ ਸਾਰੀ ਉਤਪਤੀ ਹੋਈ ਹੈ। ਆਪਾਂ ਸਾਰੇ ਕਿੱਥੋਂ ਪੈਦਾ ਹੋਏ? ਸਾਰੇ ਪ੍ਰਕਾਸ਼ ਤੋਂ। ਪਹਿਲਾਂ ਪਰਮੇਸ਼ਰ ਨੇ, ਅੱਲਾ ਨੇ ਪਹਿਲਾਂ ਆਪਣੇ ਤੋਂ ਪ੍ਰਕਾਸ਼ ਪੈਦਾ ਕੀਤਾ, ਜੋ ਨਾਮ ਹੈ, ਜਿਸ ਨੂੰ ਆਪਾਂ ਨਾਮ ਵੀ ਕਹਿ ਦਿੰਦੇ। ਫਿਰ ਉਸ ਦੁਆਰਾ ਇਹ ਸੰਸਾਰ ਪੈਦਾ ਹੋਇਆ। ਅੱਬਲ ਅੱਲਾਹ, ਅੱਬਲ ਕਹਿ ਦਿੰਦੇ ਪਹਿਲਾਂ, ਵੀ ਪਹਿਲਾਂ ਅੱਲਾ ਨੇ ਨੂਰ ਉਪਾਇਆ, ਨੂਰ ਆਪਣੇ ਤੋਂ ਪ੍ਰਗਟ ਕੀਤਾ। ਫਿਰ ਉਸਨੇ ਇਹ ਸੰਸਾਰ ਕੁਦਰਤ ਸਾਜੀ। ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਓ, ਕੌਣ ਭਲੇ ਕੋ ਮੰਦੇ। ਆਪਾਂ ਸਾਰੇ ਇੱਕ ਨੂਰ ਤੋਂ ਪੈਦਾ ਹੋਏ, ਇੱਕ ਪ੍ਰਕਾਸ਼ ਤੋਂ ਪੈਦਾ ਹੋਏ ਹਾਂ, ਨਾਮ ਤੋਂ ਪੈਦਾ ਹੋਏ ਹਾਂ, ਤੇ ਉਸੇ ਦੀ ਸਾਰੀ ਉਤਪਤੀ ਹੈ। ਸਤ ਕਰਨੀ ਨਿਰਮਲ ਨਿਰਮਲੀ। ਉਸ ਦੀ ਕਰਨੀ ਵੀ ਸੱਚੀ ਹੈ, ਪਰ ਨਿਰਮਲੀ ਹੈ, ਜੋ ਕਿ ਧਿਆਨ ਮਾਰਗ ਹੈ, ਜਿੱਥੇ ਕੋਈ ਅਕਸ਼ਰ ਨਹੀਂ ਹਨ, ਜਿੱਥੇ ਪ੍ਰਕਾਸ਼ ਹੈ, ਧਿਆਨ ਹੀ ਹੈ, ਉੱਥੇ ਸਾਰਾ ਕੁਝ ਸੱਚ ਹੈ, ਨਿਰਮਲ ਹੈ। ਜਿਸੈ ਬੁਝਾਏ ਤਿਸੈ ਸਭ ਭਲੀ। ਪਰ ਜਿਸ ਨੂੰ ਬੁਝਾ ਦਿੰਦਾ, ਉਸ ਦੇ ਵਾਸਤੇ ਸਾਰਾ ਕੁਛ ਹੀ ਭਲਾ ਹੈ, ਕਿਉਂਕਿ ਉਹ ਫਿਰ ਉਸ ਦਾ ਸਾਰਾ ਕੁਛ ਹੀ ਕੀਤਾ ਸਤ ਹੈ। ਉਹ ਜੋ ਵੀ ਕਰਦਾ ਹੈ ਉੱਥੇ ਫਿਰ ਸਤ ਹੈ, ਜਿਨ੍ਹਾਂ ਨੂੰ ਸਭ ਬੁਝਾ ਦਿੰਦਾ ਹੈ। ਜਿਵੇਂ ਆਪਾਂ ਸਦੀਵਾਰ 'ਚ ਪੜ੍ਹਦੇ ਹਾਂ, ਸੱਚੇ ਤੇਰੇ ਖੰਡ, ਸੱਚੇ ਬ੍ਰਹਮੰਡ, ਸੱਚੇ ਤੇਰੇ ਲੋਹ, ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰਬ ਵਿਚਾਰ, ਸੱਚਾ ਤੇਰਾ ਅਮਰ, ਸੱਚਾ ਦੀਵਾਨ, ਸੱਚਾ ਤੇਰਾ ਹੁਕਮ, ਸੱਚਾ ਫੁਰਮਾਨ, ਸੱਚਾ ਤੇਰਾ ਕਰਮ, ਸੱਚਾ ਨਿਸ਼ਾਨ, ਸੱਚੇ ਤੁਧ ਆਖੈ ਲੱਖ ਕਰੋੜ, ਸੱਚੇ ਸਭ ਤਾਨ, ਸੱਚੇ ਸਭ ਜੋਰ, ਸੱਚੀ ਤੇਰੀ ਸਿਫਤ, ਸੱਚੀ ਸਲਾਹ, ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ। ਸਾਰਾ ਕੁਝ ਸੱਚਾ ਹੈ, ਪਰ ਕਿਹਨਾਂ ਦੇ ਵਾਸਤੇ? ਨਾਨਕ ਸੱਚ ਧਿਆਇਨ। ਸੱਚ, ਜਿਹੜੇ ਸੱਚ ਨੂੰ ਧਿਆਉਂਦੇ ਨੇ, ਉਹਨਾਂ ਵਾਸਤੇ ਸਾਰਾ ਕੁਝ ਸੱਚ ਹੈ। ਜੋ ਮਰ ਜੰਮੇ ਸੋ ਕੱਚ ਨੇ ਕੱਚ। ਜਿਹੜੇ ਮਰਨ ਜਨਮ ਦੇ ਵਿੱਚ ਨੇ, ਉਹ ਕੱਚੇ ਨੇ ਕੱਚ ਨੇ, ਉਹ ਪ੍ਰਭੂ ਨੂੰ ਨਹੀਂ ਪਾ ਸਕਦੇ, ਉਹਨਾਂ ਵਾਸਤੇ ਸਾਰਾ ਕੁਝ ਝੂਠ ਹੈ। ਸਤਨਾਮ ਪ੍ਰਭ ਕਾ ਸੁਖਦਾਈ। ਇਹ ਸੱਚਾ ਨਾਮ ਹੀ ਪ੍ਰਭੂ ਦਾ ਸੁਖ ਦੇਣ ਵਾਲਾ ਹੈ।
ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ। ਪਰ ਇਹ ਵਿਸ਼ਵਾਸ ਸੱਚ ਦਾ ਕਿਸ ਤੋਂ ਪ੍ਰਾਪਤ ਹੁੰਦਾ ਹੈ? ਗੁਰ ਤੋਂ। ਜਿਹੜੇ ਜੀਵ ਗੁਰ ਲੈ ਕੇ ਕਮਾਉਂਦੇ ਨੇ ਉਹਨਾਂ ਦੇ ਵਾਸਤੇ ਫਿਰ ਸਾਰਾ ਕੁਝ ਸੱਚ ਹੈ, ਪਰ ਜਿਹੜੇ ਗੁਰ ਤੇ ਵਿਸ਼ਵਾਸ ਕਰਦੇ ਨੇ ਉਹਨਾਂ ਵਾਸਤੇ ਸਾਰਾ ਕੁਝ ਸੱਚ ਹੈ। ਜਿਹੜੇ ਗੁਰ ਤੇ ਵਿਸ਼ਵਾਸ ਨਹੀਂ ਕਰਦੇ ਉਹਨਾਂ ਦੇ ਵਾਸਤੇ ਸਭ ਕੁਝ ਝੂਠ ਹੈ। ਸਤ ਬਚਨ ਸਾਧੂ ਉਪਦੇਸ਼। ਜਿਹੜਾ ਸਾਧੂ ਜਨਾਂ ਦਾ ਦਿੱਤਾ ਉਪਦੇਸ਼ ਹੈ ਉਹ ਸੱਚਾ ਬਚਨ ਹੈ, ਕਿਉਂਕਿ ਆਪ ਪ੍ਰਭੂ ਦਾ ਦਿੱਤਾ ਬਚਨ ਹੈ। ਸਾਧੂ ਜਨਾਂ ਦੀ ਰਸਨਾ ਤੇ ਉੱਤੇ ਆਪ ਬੋਲਦਾ ਹੈ। ਇਸ ਕਰਕੇ ਆਪ ਪਰਮੇਸ਼ਰ ਹੀ ਆਪਾਂ ਕਹਿ ਸਕਦੇ ਕਿ ਸਾਧੂ ਹੈ। ਉਸ ਦਾ ਆਪਣਾ ਦਿੱਤਾ ਬਚਨ ਹੈ, ਉਹ ਸੱਚਾ ਬਚਨ ਹੈ। ਸਤ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼। ਤੇ ਜਿਨ੍ਹਾਂ ਦੇ ਹਿਰਦੇ 'ਚ ਉਹ ਬਚਨ ਪ੍ਰਵੇਸ਼ ਕਰ ਜਾਂਦਾ ਹੈ ਉਹ ਵੀ ਸੱਚੇ ਹੋ ਜਾਂਦੇ ਨੇ। ਸਤ ਨਿਰਤ ਬੂਝੈ ਜੇ ਕੋਈ। ਸੱਚੀ ਨਿਰਤ, ਸੱਚਾ ਜਿਹੜਾ ਨੱਚਣਾ ਜਿਸ ਨੂੰ ਨਿਰਤ ਕਹਿ ਦਿੰਦੇ ਹਾਂ, ਉਹਨਾਂ ਦੀ ਹੀ ਹੈ ਜਿਹੜੇ ਪ੍ਰਭੂ ਨੂੰ ਬੁੱਝ ਲੈਂਦੇ ਨੇ। ਅਸਲੀ ਖੁਸ਼ੀ, ਅਸਲੀ ਆਨੰਦ ਉਹਨਾਂ ਦੇ ਵਾਸਤੇ ਹੈ। ਨਾਮ ਜਪਤ ਤਾਂ ਕੀ ਗਤ ਹੋਏ। ਜਿਨ੍ਹਾਂ ਬੁੱਝ ਲਿਆ ਉਹ ਆਪ ਉਸ ਨੂੰ ਜਾਣ ਲੈਂਦੇ ਨੇ, ਫਿਰ ਦੂਜਿਆਂ ਨੂੰ ਗਿਆਨ ਦਿੰਦੇ ਨੇ। ਉਹਨਾਂ ਦੀ ਗਤ ਹੋ ਜਾਂਦੀ ਹੈ ਜਿਹੜੇ ਗਿਆਨ ਲੈ ਕੇ ਸੁਣਦੇ ਨੇ, ਮੰਨਦੇ ਨੇ। ਆਪ ਸਤ ਕੀਆ ਸਭ ਸਤ। ਆਪ ਪ੍ਰਭੂ ਸੱਚ ਹੈ, ਉਸ ਦਾ ਕੀਤਾ ਹੋਇਆ ਸਾਰਾ ਕੁਝ ਸੱਚ ਹੈ। ਆਪਣੇ ਜਿਨ੍ਹਾਂ ਦੁਆਰਾ ਗਿਆਨ ਦਿੰਦਾ ਉਹ ਵੀ ਸੱਚ ਹੈ। ਜੋ ਵੀ ਕਰਦਾ ਹੈ ਸਾਰਾ ਕੁਝ ਸੱਚ ਹੈ। ਆਪੇ ਜਾਣੈ ਆਪਣੀ ਮਿਤ ਗਤ। ਕਿਉਂਕਿ ਆਪਣੀ ਮਿਤ, ਆਪਣੀ ਗਤ ਆਪ ਜਾਣਦਾ ਹੈ। ਇਸ ਕਰਕੇ ਉਸ ਦਾ ਆਪਣਾ ਕੀਤਾ ਹੋਇਆ ਸਾਰਾ ਕੁਝ ਸੱਚ ਹੈ, ਕਿਉਂਕਿ ਉਸ ਦੇ ਬਾਰੇ ਦੂਜਾ ਨਹੀਂ ਕਹਿ ਸਕਦਾ, ਉਹਦੀ ਉਸਤ ਦੂਜਾ ਨਹੀਂ ਕਰ ਸਕਦਾ। ਆਪਾਂ ਵਿਚਾਰ ਕੇ ਆਏ ਹਾਂ, ਤੁਮਰੀ ਉਸਤ ਤੁਮ ਤੇ ਹੋਏ, ਨਾਨਕ ਅਵਰ ਨਾ ਜਾਣਸ ਕੋਈ। ਵੀ ਤੇਰੀ ਉਸਤ ਤੇ ਤੋਂ ਹੀ ਹੋ ਸਕਦੀ, ਦੂਜਾ ਨਹੀਂ ਕਰ ਸਕਦਾ, ਦੂਜਾ ਨਹੀਂ ਜਾਣਦਾ। ਜਿਸ ਕੀ ਸ੍ਰਿਸ਼ਟ ਸੋ ਕਰਨੇ ਹਾਰ। ਉਸੇ ਦੀ ਸ੍ਰਿਸ਼ਟੀ ਹੈ ਤੇ ਉਹੀ ਕਰਨਹਾਰ ਪ੍ਰਭੂ ਹੈ। ਅਬਰ ਨ ਬੂਝ ਕਰਤ ਵਿਚਾਰ। ਦੂਜਾ ਨਹੀਂ, ਨਾ ਉਸ ਨੂੰ ਬੁੱਝ ਸਕਦਾ ਹੈ ਨਾ ਉਸ ਦੀ ਵਿਚਾਰ ਕਰ ਸਕਦਾ ਹੈ, ਕਿਉਂਕਿ ਜਿਹਨੂੰ ਬੁਝਾਉਂਦਾ ਆਪਾਂ ਪਹਿਲੇ ਵਿਚਾਰ ਕੇ ਆਏ ਹਾਂ। ਜਿਸੈ ਬੁਝਾਏ ਨਾਨਕਾ, ਤਿਸੈ ਬੁਝਾਏ ਨਾਨਕਾ, ਜਿਸ ਹੋਵੇ ਸੋ ਪ੍ਰਸੰਨ। ਜਿਸ ਨੂੰ ਆਪ ਬੁਝਾ ਦਿੰਦਾ ਹੈ ਉਹੀ ਉਸ ਦੀ ਵਿਚਾਰ ਕਰਦਾ, ਕਿਉਂਕਿ ਆਪ ਉਹਨਾਂ ਦੁਆਰਾ ਆਪਣੀ ਵਿਚਾਰ ਕਰਦਾ ਹੈ। ਕਰਤੇ ਕੀ ਮਿਤ ਨਾ ਜਾਣੇ ਕੀਆ। ਉਹ ਕਰਤੇ ਦੀ ਮਿਤ ਕੋਈ ਨਹੀਂ ਜਾਣ ਸਕਦਾ, ਕਿਸੇ ਦੇ ਕੀਤਿਆਂ ਨਹੀਂ ਹੁੰਦੀ। ਨਾਨਕ ਜੋ ਤਿਸ ਪਾਵੈ ਸੋ ਵਰਤੀਆ। ਜੋ ਉਸ ਪ੍ਰਭੂ ਨੂੰ ਪਾਉਂਦਾ ਹੈ ਉਹੀ ਹੁੰਦਾ ਹੈ, ਉਹੀ ਆਪਣੇ ਜਨਾਂ ਦੁਆਰਾ ਆਪਣਾ ਗਿਆਨ ਕਰਵਾਉਂਦਾ ਹੈ। ਪਰ ਜੇ ਕੋਈ ਜੀਵ ਕਹੇ ਕਿ ਮੈਂ ਉਸ ਦੀ ਗਤ ਨੂੰ ਜਾਣ ਲਿਆ, ਮੈਂ ਉਸ ਦੀ ਮਿਤ ਨੂੰ ਪਾ ਲਿਆ, ਨਹੀਂ, ਜਾਂ ਮੈਂ ਇੱਦਾਂ ਪਾ ਸਕਦਾ ਹਾਂ, ਨਹੀਂ। ਕਿਉਂਕਿ ਜਦੋਂ ਅਸੀਂ ਉਸ ਪ੍ਰਭੂ ਦੇ ਚਰਨਾਂ 'ਚ ਜਾਂਦੇ ਗੁਰ ਦਾ ਗਿਆਨ ਲੈ ਕੇ, ਫਿਰ ਆਪਾਂ ਕਹਿੰਦੇ ਕਿ ਅਸੀਂ ਨਹੀਂ ਕੁਛ ਵੀ ਕਰ ਸਕਦੇ। ਹੇ ਪ੍ਰਭੂ ਸਾਡੇ 'ਤੇ ਦਇਆ ਕਰ, ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਲੈ, ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼। ਫਿਰ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜਦਾ ਹੈ, ਕਿਉਂਕਿ ਉਸੇ ਦੀ ਦਇਆ ਦੇ ਨਾਲ ਹੁੰਦਾ ਹੈ। ਉਹੀ ਹੋਣਾ ਜੋ ਉਸ ਪ੍ਰਭੂ ਨੂੰ ਪਾਉਂਦਾ ਹੈ। ਬਿਸਮਨ ਬਿਸਮ ਪਏ ਬਿਸਮਾਤ। ਜਿਨ੍ਹਾਂ ਨੂੰ ਜਨਾ ਦਿੰਦਾ ਹੈ, ਬੁਝਾ ਦਿੰਦਾ ਹੈ, ਉਹ ਫਿਰ ਬਿਸਮਾਦ ਹੋ ਜਾਂਦੇ ਨੇ। ਮਨ ਵੀ ਬਿਸਮਾਦ ਹੋ ਜਾਂਦਾ, ਕਿਉਂਕਿ ਪ੍ਰਭੂ ਬਿਸਮਾਦ ਹੈ। ਜਦੋਂ ਆਪਣਾ ਬਿਸਮਾਦ ਰੂਪ ਜਨਾ ਦਿੰਦਾ ਹੈ, ਦਿਖਾ ਦਿੰਦਾ ਹੈ, ਉਸ ਦੇ ਆਨੰਦ ਨੂੰ ਮਾਣਦੇ ਨੇ, ਉਸ ਰਸ ਦਾ ਸਵਾਦ ਆਉਂਦਾ ਹੈ, ਤੇ ਫਿਰ ਮਨ ਵੀ ਸਾਡਾ ਬਿਸਮਾਦ ਹੋ ਜਾਂਦਾ ਹੈ। ਬਿਸਮਨ ਬਿਸਮ ਭਏ ਬਿਸਮਾਦ, ਜਿਨ ਬੂਝਿਆ ਤਿਸ ਆਇਆ ਸਵਾਦ। ਜਿਸ ਨੇ ਉਸ ਨੂੰ ਬੁਝਿਆ, ਬੁਝਿਆ ਕਦੋਂ? ਜਦੋਂ ਉਸ ਨੇ ਬੁਝਾਇਆ। ਆਪਣੇ ਆਪ ਨਹੀਂ ਬੁਝ ਸਕਦਾ ਕੋਈ।
क्योंकि जब तक सानू बुझाउंदा नहीं आपां उस नूं बुझ नहीं सकते। जिन्हां नूं बुझाता उस दे दर्शन करके बिस्माद हो गए। उन्हां दा जीवन कैसा हो जाता है? प्रभु के रंग रास जन रहे। प्रभु दे रंग दे विच रते रहिंदे ने जन, जिन्हां नूं बुझा देंदे, जिहड़े उस आनंद नूं माणदे ने। गुर का बचन पदार्थ लहे। गुर दा बचन सुन के मन के पदार्थ प्राप्त हो जाता है, नाम बुझा देंदा है, फिर उसके आनंद नूं माणदे ने, उसके स्वाद नूं माणदे ने। ओए दाते दुख काटण हार, जिहड़े आप बिस्माद हो गए उस प्रभु नूं जान लिया, फिर उन्हां जनां द्वारा अपना ज्ञान प्रभु कराउंदा है, उन्हां द्वारा अपनी दात बख्शिश करदा है, जिथे साडे मन नूं लगे दुखां दा नाश हो जाता है। जाकै संग तरै संसार, जिहदा संग करके फिर संसार तर सकदा, क्योंकि वो जिहड़ा साडे मन नूं विछोड़े दा दुख लग्या है, जन्म मरण दा दुख लग्या है, जमा दा डर है, ये खत्म हो जाता है। जिन्हां नूं आप बुझा देंदा है, फिर उन्हां दा संग करके साडा मन तर सकदा है, संसार तर सकदा है। जन का संग बड़ भागी, जन का सेवक सो बड़ भागी। जन दा सेवक, पहला जन प्रभु दा सेवक है, फिर जिहड़े उन्हां जीवां दे कोल जाके प्रभु नाल जुड़न दा अभ्यास करदे ने, ध्यान करदे ने, वो भी उहदे सेवक ने, वो बड़ भागी ने। जन का सेवक सो बड़ भागी, जन का संग एक लिव लागी। क्योंकि जन का संग करके एक प्रभु दे नाल लिव जुड़ती है। जिहड़े एक प्रभु दे नाल लिव जोड़ लेंदे ने संग करके, क्योंकि जिहड़े प्रभु दे जन हुंदे ने वो किसे नूं अपने नाल नहीं जोड़ते, क्योंकि आपां पहले ही विचार के आ चुके हाँ, अविनाशी प्रमन में राख, मान की तू प्रीत्याग। इस करके वो जीव शरीरां नाल नहीं जुड़ते, वो जुड़ते ने बचन दे नाल। जिहड़े हरि दे जन ने वो सानू हरि परमेश्वर निरंकार दे नाल जोड़ते ने, अपने नाल नहीं जोड़ते। इसका सानू समझाउंदे ने कि आपां उन्हां दा संग करके एक लिव जोड़नी है उस प्रभु दे नाल। गुण गोबिंद कीर्तन जन गावे, वो गुण प्रभु दे, उहदे जन, उहदा कीर्तन जिहड़ा आपां 2-3 बार विचारिया है, सुखमनी साहब दी विचार करदे हां कि वो कीर्तन है किहड़ा? निर्वाण कीर्तन, जो कलयुग दे विच प्रधान है। उहदे जन फिर उस तो गाउंदे ने गुण प्रभु दे। गुण गोबिंद कीर्तन जन गावे, वो किहड़ा है? ओंकार एक तुन एको, एको राग अलापै, एका देसी एक दिखावे, एको रहा व्यापै, एका सुरत एक ही सेवा, एको गुर ते जापै। पलो पलो रे कीर्तनिया, राम रमा रामा गुण गाओ, छोड़ माया के तंद स्वाओ। फिर हरि दे जन ने जिहड़े वो फिर उस प्रभु दे गुण गाउंदे ने, प्रभु नूं मिलण दा तरीका दसदे ने, वो कीर्तन करदे ने, जो कीर्तन कलयुग दे विच प्रधान है। गुर प्रसाद नानक फल पावे, वो गुर देंदे ने। जिहड़े जीव गुर नूं कमाउंदे ने, मन विच वसा लैंदे ने, उन्हां नूं फिर फल प्राप्त हुंदा है। किहड़ा फल? मुक्ति दा फल, जिथे साडा जन्म मरण खत्म हो जाता है, जिथे आपां अपना जीवन सफल कर जाते हैं। ये सारा उस प्रभु दे हुक्म दे विच आके चल के ही हुंदा है। क्योंकि जब तक असीं नाम दे नाल नहीं जुड़ते, शरीरां दे नाल जुड़ते हाँ, चाहे मन साडा अपने शरीर नाल जुड़िया है, चाहे दूजे दे शरीर नाल जुड़िया है। क्योंकि आपां देखते हाँ संसार दे विच असीं जीव शरीरां नाल जुड़े हाँ, संत साधु असीं शरीर बना लए, फिर असीं अस्थानां नाल जुड़ गए। लेकिन जो हर थां ते है, हर समय है, उस दे नाल असीं नहीं जुड़े। असीं कथा कहानियां भी करते हाँ,
ਵਿਚਾਰਾਂ ਵੀ ਕਰਦੇ ਹਾਂ, ਉਹਨਾਂ ਦੀਆਂ ਕਰਦੇ ਹਾਂ ਜਿਹੜੇ ਕਿਸੇ ਸਮੇਂ ਹੈਗੇ ਸੀ, ਅੱਜ ਹੈ ਨਹੀਂ। ਪਰ ਉਸ ਦੀ ਵਿਚਾਰ ਨਹੀਂ ਕਰਦੇ ਜਿਹੜਾ ਆਦਿ ਤੋਂ ਵੀ ਸੱਚ ਹੈ, ਯੁਗਾਂ ਤੋਂ ਵੀ ਹੈ, ਅੱਜ ਵੀ ਹੈ ਤੇ ਰਹਿਣ ਵਾਲਾ ਹੈ। ਉਸ ਦੀ ਆਪਾਂ ਸਿਫਤ ਸਲਾਹ ਨਹੀਂ ਕਰਦੇ, ਕਿਉਂਕਿ ਉਸ ਦੀ ਸਿਫਤ ਸਲਾਹ ਕਰਨੀ ਹੈ। ਸੋ ਆਓ ਗੁਰੂ ਪਿਆਰਿਓ, ਆਓ ਹੁਣ ਆਪਾਂ ਨਾਲ ਅਭਿਆਸ ਕਰਦੇ ਹਾਂ, ਤਾਂ ਕਿ ਜੋ ਪ੍ਰਭੂ ਸਾਨੂੰ ਉਹ ਮੰਤਰ ਦਿੰਦਾ ਹੈ ਜਿਹਦੇ ਦੁਆਰਾ ਸਾਡੇ ਨੇਤਰ ਜਿਹੜੇ ਇੱਕ ਦ੍ਰਿਸ਼ਟ ਹੋ ਜਾਂਦੇ ਨੇ। ਜਿੱਥੇ ਮਨ ਇੱਕ ਦ੍ਰਿਸ਼ਟ ਹੋ ਕੇ ਪ੍ਰਭੂ ਨੂੰ ਧਿਆਉਂਦਾ ਹੈ ਤੇ ਪ੍ਰਭੂ ਦੇ ਚਰਨਾਂ ਨਾਲ ਜੁੜਦਾ ਹੈ, ਆਪ ਪ੍ਰਭੂ ਉਹਨਾਂ ਜੀਵਾਂ ਨੂੰ ਬੁਝਾ ਦਿੰਦਾ ਹੈ ਜਿਹੜੇ ਸੁਣ ਕੇ ਮੰਨ ਕੇ ਕਮਾਉਂਦੇ ਨੇ। ਸੁਣਿਆ ਮੰਨਿਆ ਮਨ ਕੀਤਾ ਪਾਓ, ਅੰਤਰਗਤ ਤੀਰਥ ਮਲ ਨਾਉ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਹੁਣ ਜਦ ਤੱਕ ਉਹ ਗੁਣ ਨਹੀਂ ਦਿੰਦਾ, ਪਰ ਦਿੰਦਾ ਆਪਣੇ ਜਨਾਂ ਦੁਆਰਾ, ਜਿਹਨੂੰ ਆਪਾਂ ਪੜ੍ਹਦੇ ਹਾਂ, ਨਾਨਕ ਨਿਰਗੁਣ ਗੁਣ ਕਰੇ। ਕਿਉਂ ਪ੍ਰਭੂ ਗੁਣ ਕਰਦਾ ਹੈ, ਪਰ ਕਿਹਨਾਂ ਦੁਆਰਾ? ਗੁਣਵੰਤਿਆਂ ਗੁਣ ਦੇ, ਜਿਨ੍ਹਾਂ ਨੂੰ ਗੁਣਵੰਤੇ ਬਣਾਉਂਦਾ ਹੈ, ਜਿਨ੍ਹਾਂ ਨੂੰ ਖਜ਼ਾਨਾ ਦਿੰਦਾ ਹੈ, ਉਹਨਾਂ ਦੁਆਰਾ ਫਿਰ ਸਾਨੂੰ ਗੁਣ ਦਿੰਦਾ ਹੈ। ਉਸ ਦੇ ਗੁਣ ਨੂੰ ਗਾਉਂਦੇ ਨੇ, ਗੁਣ ਕੀਰਤਨ ਉਸ ਦੇ ਗੁਣਾਂ ਨੂੰ ਗਾਉਂਦਾ ਹੈ। ਗੁਣ ਗੋਬਿੰਦ ਕੀਰਤਨ ਜਨ ਗਾਵੇ, ਗੁਰ ਪ੍ਰਸਾਦ ਨਾਨਕ ਫਲ ਪਾਵੇ। ਸੋ ਇਸ ਤਰੀਕੇ ਦੇ ਨਾਲ ਸਾਨੂੰ ਸਮਝਾਇਆ ਹੈ। ਉਹ ਜਨ ਫਿਰ ਉਸ ਪ੍ਰਭੂ ਦੀ ਸਿਫਤ ਸਲਾਹ ਕਰਦੇ ਨੇ। ਗੁਣ ਹੈ ਕੀ? ਇੱਕ ਵਿਧੀ ਹੈ, ਇੱਕ ਗੁਰ ਹੈ, ਇੱਕ ਗਿਆਨ ਹੈ, ਜਿਸ ਦੇ ਨਾਲ ਅਸੀਂ ਪਹਿਲਾਂ ਇੱਕ ਦ੍ਰਿਸ਼ਟ ਹੋਣਾ ਹੈ, ਦੋ ਤੋਂ ਇੱਕ ਹੋਣਾ ਹੈ, ਫਿਰ ਇੱਕ ਹੋ ਕੇ ਅਸੀਂ ਧਿਆਉਣਾ ਹੈ, ਜਿੱਥੇ ਫਿਰ ਪ੍ਰਭੂ ਸਾਨੂੰ ਵਡਿਆਈਆਂ ਬਖਸ਼ਦਾ ਹੈ, ਜਿਹਨੂੰ ਆਪਾਂ ਪੜ੍ਹਦੇ ਹਾਂ, ਏ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿਤ ਪਾਏ, ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛਤਾਏ। ਉਹ ਦਿੰਦਾ ਵਡਿਆਈਆਂ, ਫਿਰ ਸਾਨੂੰ ਪਛਤਾਉਣਾ ਨਹੀਂ ਪੈਂਦਾ, ਫਿਰ ਸਾਡਾ ਜੀਵਨ ਸਫਲ ਹੋ ਜਾਂਦਾ ਹੈ, ਕਿਉਂਕਿ ਪ੍ਰਭੂ ਸਮਰੱਥ ਹੈ। ਜਿਸ ਨੂੰ ਇੱਕ ਵਾਰੀ ਬਖਸ਼ ਦਿੰਦਾ ਹੈ, ਉਸ ਦੇ ਫਿਰ ਔਗਣ ਵੀ ਨਹੀਂ ਚਿਤਾਰਦਾ। ਜਿਨ੍ਹਾਂ ਨੂੰ ਆਪਣੇ ਬਣਾ ਲੈਂਦਾ ਹੈ, ਜੋ ਜਨ ਪਾਰ ਬ੍ਰਹਮ ਆਪਣੇ ਕੀਨੇ, ਤਿਨ ਕਾ ਬਹੁਰ ਕਛੂ ਨਾ ਵਿਚਾਰੇ। ਪਰ ਅਸੀਂ ਆਪਣੇ ਪ੍ਰਭੂ ਦੇ ਭੈ ਦੇ ਵਿੱਚ ਰਹਿ ਕੇ ਕੁਛ ਵੀ ਗਲਤ ਨਹੀਂ ਕਰਦੇ, ਕਿਉਂਕਿ ਸਾਨੂੰ ਡਰ ਹੈ, ਭੈ ਹੈ ਪਿਤਾ ਦਾ। ਇਸ ਕਰਕੇ ਉਹ ਜੀ ਫਿਰ ਉਸ ਦੇ ਭੈ ਵਿੱਚ ਰਹਿ ਕੇ ਉਹਦੇ ਹੁਕਮ ਦੇ ਵਿੱਚ ਚੱਲਦੇ ਨੇ ਅਤੇ ਕੋਸ਼ਿਸ਼ ਕਰਦੇ ਨੇ ਕਿ ਜੋ ਸਾਨੂੰ ਗੁਰਬਾਣੀ ਹੁਕਮ ਕਰਦੀ ਹੈ, ਅਸੀਂ ਆਪਣੇ ਜੀਵਨ ਦੇ ਵਿੱਚ ਉਸ ਨੂੰ ਕਮਾਈਏ, ਆਪਣਾ ਜੀਵਨ ਸਫਲ ਕਰੀਏ। ਸੋ ਆਓ, ਕਿਵੇਂ ਆਪਾਂ ਜੁੜਨਾ ਹੈ? ਉਹ ਸਾਰਾ ਜਿਹੜਾ ਗਿਆਨ ਹੈ, ਉਹ ਨੇਤਰਾਂ ਦੇ ਵਿੱਚ ਹੈ। ਗਿਆਨ ਅੰਜਨ ਜਾ ਕੀ ਨੇਤਰੀ ਪੜਿਆ, ਤਾ ਕੋ ਸਰਬ ਪ੍ਰਗਾਸਾ। ਜਿਨ੍ਹਾਂ ਦੇ ਨੇਤਰਾਂ 'ਚ ਗਿਆਨ ਦਾ ਸੁਰਮਾ ਪੈ ਜਾਂਦਾ ਹੈ, ਉਹਨਾਂ ਦੇ ਨੇਤਰਾਂ ਨੂੰ ਫਿਰ ਸਾਰੇ ਪਾਸੇ ਪ੍ਰਭੂ ਦਾ ਪ੍ਰਕਾਸ਼ ਰੂਪ ਦਿਸਣਾ ਸ਼ੁਰੂ ਹੋ ਜਾਂਦਾ ਹੈ। ਅਗਿਆਨ ਅੰਧੇਰੇ ਸੂਝਸ ਨਾਹੀ, ਬਹੁੜ ਬਹੁੜ ਪਰਮਾਤਾ। ਜੇ ਅਗਿਆਨਤਾ ਦੇ ਵਿੱਚ ਹੈ, ਗੁਰ ਦਾ ਗਿਆਨ ਨਹੀਂ ਲੈਂਦੇ, ਫਿਰ ਉਹਨਾਂ ਨੂੰ ਸੋਝੀ ਨਹੀਂ ਆਉਂਦੀ, ਫਿਰ ਬਾਰ ਬਾਰ ਭਰਮਦੇ ਨੇ ਜੂਨਾਂ ਦੇ ਵਿੱਚ। ਸੋ ਆਓ, ਆਪਾਂ ਕਿਵੇਂ ਕਰਨਾ ਹੈ? ਆਪਾਂ ਸਭ ਤੋਂ ਪਹਿਲਾਂ ਜਿੱਥੋਂ ਸਵਾਸ ਆਉਂਦਾ ਹੈ, ਉੱਥੇ ਆਪਣੇ ਧਿਆਨ ਨੂੰ ਫੋਕਸ ਕਰਨਾ ਹੈ। ਦੋਨਾਂ ਨੇਤਰਾਂ ਨੂੰ ਇੱਕ ਪੁਆਇੰਟ 'ਤੇ ਆਪਾਂ ਫੋਕਸ ਕਰਨਾ ਹੈ। ਇਸ ਪੁਆਇੰਟ 'ਤੇ ਆਪਾਂ ਦ੍ਰਿਸ਼ਟੀ ਨੂੰ ਫੋਕਸ ਕਰਕੇ ਆਪਣੇ ਆਪ ਨੂੰ ਦੇਖਣਾ ਹੈ ਕਿ ਨੱਕ ਦਿਸਦਾ ਹੈ ਜਾਂ ਨਹੀਂ। ਜੇ ਅਸੀਂ ਇੱਕ ਦ੍ਰਿਸ਼ਟ ਹਾਂ, ਨੱਕ ਨਹੀਂ ਦਿਸੇਗਾ। ਜੇ ਦੋ ਦ੍ਰਿਸ਼ਟ ਹਾਂ, ਸਾਨੂੰ ਆਪਣਾ ਨੱਕ ਦਿਸੇਗਾ। ਕਿਸੇ ਨੂੰ ਖੱਬੇ ਦਿਸੇਗਾ, ਕਿਸੇ ਨੂੰ ਸੱਜੇ ਦਿਸੇਗਾ, ਕਿਸੇ ਨੂੰ ਵਿਚਾਲੇ ਦੋਨੋਂ ਪਾਸਿਓਂ ਦਿਸੇਗਾ। ਤੇ ਪਹਿਚਾਣ ਆਪਣੇ ਆਪ ਦੀ ਕਰਨੀ ਹੈ। ਇੱਥੋਂ ਫਿਰ ਆਪਾਂ ਆਵਾਜ਼ ਦੇਵਾਂਗੇ ਕਿ ਧਿਆਨ ਸਾਹਮਣੇ ਲੈ ਕੇ ਆਓ।
अगर कोई नवा जीव है जिसनों ये समझ नहीं है, उसने इसनों सवार के समझ के ध्यान लगाना है, मेरे वाल देख लेना है। पहला इस पॉइंट ते देखना है, अपने आप नूं सम करके अपने ध्यान नूं परखना है कि ध्यान मेरा किस पासे है। मैं एक दृष्ट हाँ जां दो दृष्ट हाँ, नक दिसदा है जां नहीं दिसदा, जे दिसदा है फिर किस पासियों सज्जे दिसदा है, खब्बे दिसदा जां दवल्यों दिसदा है, इन्ना अपने आप नूं देख लेना है। फिर मैं आप जी नूं आवाज़ देवांगा कि ध्यान सामने लैके आओ, फिर आपां सामने देखना है। फिर आप जी नूं आवाज़ देवांगा कि ध्यान मस्तक के सामने लै जाओ, फिर आपां पलकां उत्ते चुक, फिर जदों आवाज़ देवांगा कि ध्यान सामने लैके आओ, फिर सामने लै आउणा। फिर जदों कहांगा सम करके देखो, फिर दृष्टि नूं फोकस करके अपने आप नूं देखना है, अपने प्रकाश रूप नूं देखना है। कोई नवा जीव जे नक दिसदा उसने देखना कि हुण दिसनों हट गया, एक दृष्ट हो गया। फिर आपां अगे नीचे ते आवांगे, फिर सम, फिर नीचे, इदां अभ्यास करांगे। आओ पहला दृष्टि नूं सम करके फोकस करके नक ते अपने आप नूं पहचानो, देखो कि साडी की अवस्था है। ध्यान सामने लैके आओ, मस्तक दे सामने लै जाओ, पलकां उत्ते चुक दो। फिर सामने लैके आइए, और फिर सम करके देखिए अपने आप नूं। जो कोई नवा जीव जे नक दिसदा सी, उसने देखना है कि हुण दिसनों हट गया, चाहे हल्का हल्का परछाई टाइप खब्बे पासे सानूं नज़र आ सकदा, बिल्कुल एक परछाई की तरह महसूस हो सकता कि इस पासे है, खब्बे पासे। नीचे लै जाओ ध्यान, नीचे जिथे भी आप बैठे, जो थले विछया है चादर फर्श जो है, उस तो थोड़ा ऊपर देखने की कोशिश करनी है। बिल्कुल रिलैक्स, जोर नहीं लगाना।
फिर सम करके देखिए अपने आप नूं, फिर दृष्टि नूं फोकस करके अपने आप नूं देखिए, अपने प्रकाश रूप नूं देखिए। फिर नीचे लै जाओ ध्यान, बिल्कुल रिलैक्स। और सामने लेके आइए ध्यान। मस्तक दे सामने लै जाओ, पलकां उत्ते चुको।
सामने ध्यान दे लाओ, सामने देखो, बिल्कुल रिलैक्स, बिल्कुल ध्यान ढिला छड़ के देखना। नीचे लाए जो ध्यान, सम करके देखिए अपने आप को, अपने आप को सम करके देखिए, दृष्टि फोकस करके अपने प्रकाश रूप के दर्शन करिए, अपने आप को पहचानिए। वाहिगुरु जी का खालसा, वाहिगुरु जी की फतेह। सो गुरमुख प्यारिओ, इस तरीके दे नाल जदों आपां ध्यावांगे, क्योंकि ध्या के आपां सुख पा सकते हैं, नेड़े देख सकते हैं, इस करके उसका कोई अंत नहीं पा सकता। ये जिहड़े आपां नूं परमेश्वर ने नेत्र देते ने, इन्हां द्वारा आपां दर्शन करने ने हरी दे, उस तो बिना होर नहीं देखना। जिस कारज वास्ते सानू सरवण दिते ने, कन दिते ने, उन्हां द्वारा आपां वो कारज करना जिस वास्ते सानू सरवण दिते ने, जिसनों आपां पढ़ते हाँ। इस सरब नूं मेरेओ सच सुनने नो पठाए, शरीर लाए सुनो सतबाणी। जित सुनी मन तन हरिया होआ, रसना हर रस समानी। सच अलख विडाणी, ताकि गत कही नहीं। सच अलख है, अचरज है, विडान है, उसकी गत नहीं कही जा। कह नानक अमृत नाम सुनो, पवित्र होवो, सच सुनने नो पठाए। जिस तरीके आपां ज्ञान लैके नेत्रां द्वारा ध्यान लगा देखना है, जिस दे नाल आनंद की अवस्था प्राप्त होती है। सौ गुरमुख प्यारिओ, इन्नी क विचार करदे हां, अनेकां प्रकार दीयां भुल्लां हो जांदियां हन। आप संगत सतगुरु जी बख्शण योग हो, बख्श लेना जी। वाहिगुरु जी का खालसा, वाहिगुरु जी की फतेह।